सतनाम वाहिगुरु साहिब जी। मैं मूरख की केतक बात है, कोट अपराधी तरिया रे। गुर नानक जिन सुनया पेखिया, से फिर गरबास ना परया रे। गुर नानक जिन सुनया पेखिया, से फिर गरबास ना परया रे। सतगुर नानक परगटया, मिटे धुंध जग चानन होआ। ज्यों कर सूरज निकलिया, तारे छपे अंधेर पुलवा। सिंह बुके मृगावली, पन्नी जाए न तीरथ रोआ। जिथै बाबा पैर धरे, पूजा आसन थापन सोआ। सिद्ध आसन सब जगत दे, नानक आद मते जे कोआ। घर घर अंदर धर्मसाल, होवै कीर्तन सदा विसोआ। बाबे तारे चार चक, नौ खंड पृथ्वी सच्चा ढोआ। गुरमुख कल विच प्रगट हुआ, सतगुर नानक प्रगटिया। मिटे धुंध जग चानन हुआ, सुकौ टल गुर सेविया। अहनिस सहज दर्शन परसया, जन्म मरण दुख हुवै सिफत सम। मूरे अरसों कुरसों, तुद डिठे सचे। मल जन्म जन्म दी, तुद डिठे सचे। मल जन्म जन्म दी, जुगो जुग अटल। चवर तख्त संघासन दे मालिक, गरीब नवाज सतगुरु गुरु ग्रंथ साहिब पातशाह जियां दी पावन पवित्र हजूरी दा आनंद मान रही गुरु की संगत। सारियां तो पहला सतगुरां दी गुर बख्शिश, गुर फतेह दी हाजरी लवाइए। मिल के आखिए जी वाहिगुरु जी का खालसा, वाहिगुरु जी की फतेह। धन गुरु अर्जन देव महाराज साहब जियां ने गुरबाणी विच बचन लिखे। मैं मूरख की केतक बात है, कोट अपराधी तरिया रे। गुर नानक जिन सुनया पेखिया, से फिर गरबास ना परया। गुरु अर्जन देव महाराज जी ये बचन करते कहन लगे, भाई गुरमुखो, धन गुरु नानक देव महाराज दे ददारे इस तरह दे ने। धन गुरु नानक देव महाराज जियां दे मुख दे बचन इस तरह दे ने, जिन्हां ने गुरु नानक साहब महाराज दे मुख दे बचन सरवण कर लए अपने कन्नां दे नाल,
ਕੋਈ ਗਾਵੈ ਕੋ ਸੁਣੈ ਹਰ ਨਾਮਾ। ਚਿੱਤ ਲਾਏ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਨੇ ਉਹ ਹਰੀ ਹਰ ਪਰਮੇਸ਼ਰ ਦਾ ਨਾਮ ਹਨ। ਜਿਨ੍ਹਾਂ ਨੇ ਉਹ ਬਚਨ ਕੰਨ ਲਾ ਕੇ, ਭਾਵ ਕੇ, ਧਿਆਨ ਲਾ ਕੇ, ਜਿਨ੍ਹਾਂ ਨੇ ਬਚਨ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਰਵਨ ਕਰ ਲਏ, ਜਿਨ੍ਹਾਂ ਨੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਸ਼ਬਦ ਦੇ ਵਿੱਚੋਂ ਦਿਦਾਰੇ ਕਰ ਲਏ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਸੇ ਫਿਰ ਗਰਭਾਸ ਨਾ ਪਰਿਆ ਰੇ। ਗਰਭਾਸ ਤੋਂ ਭਾਵ ਹੈ ਗਰਭ ਜੂਨ। ਉਹ ਜਨਮ ਲੈਣ ਵਾਸਤੇ ਗਰਭ ਜੂਨੀ ਵਿੱਚ ਨਹੀਂ ਪੈਂਦਾ ਹੈ। ਜਨਮ ਲੈਣ ਵਾਸਤੇ ਮਾਤਾ ਦੇ ਉਦਰ ਵਿੱਚ ਜਾ ਕੇ 9 ਮਹੀਨੇ ਪੁੱਠਾ ਨਹੀਂ ਲੜਕਦਾ ਹੈ ਤੇ ਸੰਸਾਰ ਦੇ ਦੁੱਖਾਂ ਵਿੱਚ ਨਹੀਂ ਪੈਂਦਾ। ਕਿਉਂ ਨਹੀਂ ਪੈਂਦਾ ਹੈ? ਕਿਉਂਕਿ ਉਸਨੇ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਸਰਵਨ ਕਰ ਲਏ ਨੇ, ਉਸਨੇ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਕਰ ਲਏ ਨੇ। ਐਸਾ ਪਵਿੱਤਰ ਦਰਸ਼ਨ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਹੈ। ਸੋ ਗੁਰਮੁਖੋ, ਜਿਨ੍ਹਾਂ ਨੂੰ ਸਤਿਗੁਰਾਂ ਦੇ ਦਰਸ਼ਨਾਂ ਦੀ ਕਦਰ ਹੋਈ ਹੈ। ਸੰਗਲਾ ਦੀਪ ਦਾ ਇੱਕ ਰਾਜਾ ਹੈ ਨਾ, ਰਾਜੇ ਦਾ ਨਾਮ ਹੈ ਸ਼ਿਵ ਨਾਭ ਰਾਜਾ। ਆਪਣੇ ਰਾਜ ਭਾਗ ਦੇ ਵਿੱਚ ਰਹਿੰਦਾ ਹੈ ਤੇ ਕਿਸੇ ਸਿੱਖ ਦੇ ਕੋਲੋਂ, ਜੋ ਗੁਰੂ ਦਾ ਮੁਰੀਦ ਹੈ, ਭਾਈ ਮਨਸੁਖ ਸ਼ਾਹੂਕਾਰ, ਉਹਦੇ ਕੋਲੋਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਸਿਫਤ ਸੁਣੀ ਆਪਣੇ ਕੰਨਾਂ ਦੇ। ਸਿਫਤ ਸੁਣਦਿਆਂ ਸੁਣਦਿਆਂ ਇੰਨਾ ਮੁਰੀਦ ਹੋ ਗਿਆ, ਸ਼ਾਹੂਕਾਰ ਨੂੰ ਰਾਜਾ ਕਹਿ ਰਿਹਾ ਹੈ, ਸ਼ਾਹੂਕਾਰ ਚੱਲ ਮੇਰੇ ਨਾਲ, ਜਿੱਥੇ ਗੁਰੂ ਨਾਨਕ ਸਾਹਿਬ ਨੇ, ਜਿੱਥੇ ਉਹ ਮੇਰਾ ਪਿਆਰਾ ਹੈ, ਮੈਨੂੰ ਉੱਥੇ ਲੈ ਚੱਲ, ਮੈਂ ਉਹਨਾਂ ਦੇ ਦਰਸ਼ਨ ਕਰਾਂ। ਜਿਨ੍ਹਾਂ ਦੇ ਅੰਦਰ ਭਾਵਨਾ ਬਣੀ ਹੈ, ਜਿਨ੍ਹਾਂ ਦੇ ਅੰਦਰ ਪ੍ਰੇਮ ਬਣਿਆ ਹੈ। ਜਦੋਂ ਵਾਰ-ਵਾਰ ਰਾਜੇ ਨੇ ਬੇਨਤੀਆਂ ਕੀਤੀਆਂ ਤੇ ਭਾਈ ਮਨਸੁਖ ਸ਼ਾਹੂਕਾਰ ਕਹਿਣ ਲੱਗੇ, ਰਾਜਨ, ਗੁਰੂ ਨਾਨਕ ਦੇ ਮਹਾਰਾਜ ਦੇ ਕੋਲ ਜਾਣ ਦੀ ਲੋੜ ਨਹੀਂ ਹੈ। ਤੇ ਰਾਜੇ ਨੇ ਪੁੱਛਿਆ ਫਿਰ ਕੀ ਕਰਨਾ ਚਾਹੀਦਾ ਹੈ? ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਤੇਰੇ ਕੋਲ ਆਪ ਆ ਜਾਣਗੇ, ਪਰ ਤੇਰੇ ਮਨ ਦੀ ਭਾਵਨਾ ਹੋਣੀ ਚਾਹੀਦੀ ਹੈ, ਤੇਰੇ ਮਨ ਦਾ ਪ੍ਰੇਮ ਹੋਣਾ ਚਾਹੀਦਾ। ਜਦੋਂ ਇਹ ਬਚਨ ਸੁਣਿਆ ਨਾ ਰਾਜੇ ਨੇ, ਤੇ ਦਿਨੇ ਰਾਤ ਆਖਦਾ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਵਾਰ-ਵਾਰ ਜਪਦਾ ਹੈ, ਬੇਨਤੀਆਂ ਕਰਦਾ ਹੈ, ਤਰਲੇ ਕਰਦਾ ਹੈ ਕਿ ਮੈਨੂੰ ਦਰਸ਼ਨ ਦਿਓ। ਜਿਨ੍ਹਾਂ ਨੂੰ ਦਰਸ਼ਨਾਂ ਦੀ ਤਾਂਘ ਹੈ, ਜਿਨ੍ਹਾਂ ਨੂੰ ਦਰਸ਼ਨਾਂ ਦੇ ਫਲ ਦਾ ਪਤਾ ਹੈ ਵੀ ਉਹ ਬਖਸ਼ਿਸ਼ ਕੀ ਹੈ, ਵਾਰ-ਵਾਰ ਬੇਨਤੀਆਂ ਕਰਦਾ, ਤਰਲੇ ਕਰਦਾ, ਅਰਦਾਸਾਂ ਕਰਦਾ ਹੈ। ਜਦੋਂ ਰਾਜਾ ਇਸ ਤਰ੍ਹਾਂ ਕਹਿੰਦਾ ਨਾ, ਸਾਰੇ ਇਲਾਕੇ ਦੇ ਵਿੱਚ ਧੁੰਮ ਪੈ ਗਈ ਕਿ ਇਹ ਰਾਜਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮੁਰੀਦ ਹੋ ਗਿਆ। ਤੇ ਕਈ ਜਿਹੜੇ ਉਸ ਵੇਲੇ ਕੱਚੇ ਸਨ, ਅੱਜ ਵੀ ਗੁਰਮੁਖੋ ਕੱਚੇ ਹਨ। ਇਹ ਕੱਚੇ ਤੇ ਸ਼ੁਰੂ ਤੋਂ ਹੀ ਚੱਲਦੇ ਆਉਂਦੇ, ਉਦੋਂ ਵੀ ਕੱਚੇ ਗੁਰੂ ਪਖੰਡੀ ਸਾਧ ਅੱਜ ਵੀ ਦੁਨੀਆ ਤੇ ਹੈ। ਜਿਹੜੇ ਪਖੰਡੀ ਤੇ ਕੱਚੇ ਸਨ, ਨਾਮ ਲਿਖਵਾ ਲਿਆ ਆਪਣਾ, ਮੈਂ ਗੁਰੂ ਨਾਨਕ ਦੇਵ ਹਾਂ, ਦੂਜਾ ਆਖਦਾ ਮੈਂ ਗੁਰੂ ਨਾਨਕ ਦੇਵ ਹਾਂ। 5-7 ਨਾਲ ਚੇਲੇ ਲੈ ਕੇ, ਸੇਵਕ ਲੈ ਕੇ ਚਲੇ ਜਾਂਦੇ, ਰਾਜੇ ਨੂੰ ਆਖਦੇ, ਜਿਸ ਗੁਰੂ ਨਾਨਕ ਸਾਹਿਬ ਦਾ ਤੂੰ ਜਾਪ ਕਰਦਾ, ਉਹ ਗੁਰੂ ਨਾਨਕ ਸਾਹਿਬ ਮੈਂ ਹੀ ਹਾਂ। ਤੇਰਾ ਜਾਪ ਸਫਲਾ ਹੋਇਆ, ਮੈਂ ਤੈਨੂੰ ਦਰਸ਼ਨ ਦੇਣ ਵਾਸਤੇ ਆਇਆ। ਰਾਜਾ ਬੜੀ ਭਾਵਨਾ ਦੇ ਨਾਲ ਆਪਣੇ ਵੱਲੋਂ ਭੇਟਾ ਰੱਖਦਾ, ਬੜਾ ਸਤਿਕਾਰ ਕਰਦਾ। ਪਰ ਜਦੋਂ ਉਹਨਾਂ ਦੇ ਬਚਨ ਸੁਣਦਾ ਨਾ, ਲੋਭ ਵਾਲੇ ਤੇ ਲਾਲਚ ਵਾਲੇ, ਰਾਜਾ ਸਮਝ ਜਾਂਦਾ ਵੀ ਨਹੀਂ, ਇਹ ਨਾਮ ਧਰੀਕ ਹੈ, ਨਾਮ ਦਾ ਹੀ ਹੋ ਸਕਦਾ ਪਰ ਅਸਲੀ ਨਹੀਂ ਹੈ। ਜਿਹੜੇ ਗੁਣ ਮੈਂ ਸੁਣੇ ਉਹ ਗੁਣ ਇਸ ਵਿੱਚ ਨਹੀਂ ਹੈ। 5-7 ਬੰਦਿਆਂ ਨੇ ਤੇ ਇਸ ਤਰ੍ਹਾਂ ਠੱਗ ਲਿਆ ਹੈ। ਪਰ ਰਾਜੇ ਨੇ ਹੁਣ ਯੋਜਨਾ ਬਣਾਈ ਹੈ, ਪਹਿਲਾਂ ਪਰਖ ਕੀਤੀ ਜਾਵੇਗੀ, ਫਿਰ ਮੈਂ ਗੁਰੂ ਦਾ ਦਿਦਾਰਾ ਕਰਾਂਗਾ। ਗੁਰੂ ਕਿਉਂ ਸਿੱਖੋ, ਸਾਡੇ ਨਾਲੋਂ ਸਿੱਖ ਬੜੇ ਸਿਆਣੇ ਸਨ। ਗੁਰੂ ਨੂੰ ਧਾਰਨ ਕਰਨ ਵਾਸਤੇ ਗੁਰੂ ਦੀ ਵੀ ਪਰਖ ਪਾ ਦਿੰਦੇ, ਪਹਿਲਾਂ ਗੁਰੂ ਨੂੰ ਪਰਖਾਂਗੇ ਫਿਰ ਧਾਰਨ ਕਰਾਂਗੇ। ਤੇ ਸਾਡਾ ਹਾਲ ਤੇ ਉਹ ਕਬੂਤਰ ਵਰਗਾ ਵੀ ਜਿੱਥੇ ਦਾਣਾ ਡੁੱਲਿਆ ਸੀ ਤੇ ਉੱਥੇ ਹੀ ਬੈਠ ਗਿਆ ਵੀ ਆਹੀ ਠੀਕ ਹੈ। ਤੇ ਫਿਰ ਆਪਣੇ ਆਪ ਨੂੰ ਕਾਬੂ ਕਰਾ ਲਿਆ, ਬੰਧਨ ਵਿੱਚ ਬੱਧ ਗਏ। ਬਚਨ ਇਹ ਹੈ, ਗੁਰੂ ਦਾ ਸਿੱਖ ਸੁਚੇਤ ਵੀ ਹੋਣਾ ਚਾਹੀਦਾ, ਸਾਵਧਾਨ ਵੀ ਹੋਣਾ ਚਾਹੀਦਾ। ਅਸਲੀ ਤੇ ਨਕਲੀ ਤੇ ਮੁਸੀਬਤ ਦੀ ਪਰਖ ਹੋਣੀ ਚਾਹੀਦੀ ਹੈ। ਆਪਾਂ ਛੋਟੇ ਹੁੰਦਿਆਂ ਇੱਕ ਕਹਾਣੀ ਪੜ੍ਹਦੇ ਨਾ, ਬਹੁਤ ਜ਼ਿਆਦਾ ਕਿਸੇ ਨੇ ਦਾਣਾ ਖਿਲਾਰ ਦਿੱਤਾ, ਚੋਗਾ ਖਿਲਾਰ ਦਿੱਤਾ, ਤੇ ਕਬੂਤਰ ਵੇਖ ਕੇ ਦਾਣਾ ਬੜੇ ਖੁਸ਼ ਹੋਏ, ਕਹਿਣ ਲੱਗੇ ਉਹ ਵੇਖੋ ਕਿੰਨਾ ਚੋਗਾ ਪਿਆ, ਦਾਣਾ ਪਿਆ, ਚੁਗ ਲਈਏ। ਤੇ ਸਿਆਣਾ ਕਬੂਤਰ ਬੋਲਿਆ, ਕਹਿਣ ਲੱਗਾ ਨਹੀਂ, ਇਹ ਦਾਣਾ ਸਾਨੂੰ ਫਸਾਉਣ ਵਾਸਤੇ ਹੈ, ਇਹ ਦਾਣਾ ਚੁਗਣ ਨਾ ਜਾਇਓ, ਅਸੀਂ ਇਹਦੇ ਵਿੱਚ ਫੜੇ ਜਾਵਾਂਗੇ। ਛੋਟੇ ਹੁੰਦਿਆਂ ਇਹ ਕਹਾਣੀ ਪੜ੍ਹਦੇ ਨਾ, ਸਿੱਖਿਆਦਾਇਕ।
ਪਖੰਡੀਆਂ ਦਾ ਵੀ ਕੁਝ ਐਸਾ ਹੀ ਹਾਲ ਹੈ। ਦਾਣਾ ਖਿਲਾਰ ਦਿੰਦੇ, ਵੱਡੀਆਂ ਵੱਡੀਆਂ ਗੱਲਾਂ ਕਰਕੇ ਅਸੀਂ ਉਹਨਾਂ ਦੇ ਚੁੰਗਲ ਵਿੱਚ ਫਸ ਜਾਂਦੇ। ਰਾਜਾ ਕੁਝ ਸਮੇਂ ਲਈ ਤੇ ਪਖੰਡੀਆਂ ਦੇ ਦਾਅ ਵਿੱਚ ਆਇਆ, ਪਰ ਹੁਣ ਸ਼ਰਤ ਰੱਖੀ ਗਈ ਹੈ, ਪਹਿਲਾਂ ਮੈਂ ਗੁਰੂ ਦੀ ਪਰਖ ਕਰਾਂਗਾ, ਜਿਹੜਾ ਪੂਰਾ ਉਤਰੇਗਾ ਦਿਦਾਰੇ ਹੁਣ ਉਹਦੇ ਹੀ ਕਰਾਂਗਾ। ਤੇ ਗੁਰਮੁਖੋ ਜਦੋਂ ਜਾਂਦੇ ਪਖੰਡੀ ਗੁਰੂ, ਰਾਜਾ ਪਰਖ ਕਦੇ ਕਿਸੇ ਅੱਗੇ ਮਾਇਆ ਰੱਖ ਦਿੰਦਾ ਹੈ, ਕਦੇ ਕਿਸੇ ਨੂੰ ਕੁਝ, ਕਦੇ ਕਿਸੇ ਨੂੰ ਜਦੋਂ ਲਾਲਚ ਦਿੰਦਾ ਹੈ, ਪਤਾ ਲੱਗ ਜਾਂਦਾ ਇਹ ਪਖੰਡੀ, ਇਹ ਲੋਭ ਲਾਲਚ ਦੇ ਗਰਸੇ ਹੋਏ, ਇਹ ਮੇਰਾ ਗੁਰੂ ਨਾਨਕ ਨਹੀਂ ਹੋ ਸਕਦੇ। ਜਿਹੜੀ ਸਿਫਤ ਮੈਂ ਸੁਣੀ ਹੈ ਉਹ ਇਹਨਾਂ ਵਿੱਚ ਇੱਕ ਵੀ ਨਹੀਂ ਹੈ। ਗੁਰਮੁਖੋ ਇੱਕ ਦਿਨ ਸਮਾਂ ਉਹ ਆ ਗਿਆ ਜਿਸ ਦਿਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਆਪ ਚਲੇ ਗਏ ਦੇ ਰਾਜ ਦੇ ਦਰਸ਼ਨ ਦੇਣ ਵਾਸਤੇ, ਪਰ ਰਾਜਾ ਤੇ ਗੁਰੂ ਸਾਹਿਬ ਨੂੰ ਮਿਲਿਆ ਨਹੀਂ। ਪਰਖ ਪਾ ਦਿੱਤੀ ਮਹਾਰਾਜ ਦੇ ਅੱਗੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਨਿਰਲੇਪ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਪਰੇ ਨੇ। ਤੇ ਜਦੋਂ ਰਾਜੇ ਨੂੰ ਪਤਾ ਲੱਗਾ ਵੀ ਇਹ ਤੇ ਪੂਰਾ ਗੁਰੂ ਹੈ, ਮੈਂ ਇਹਦੇ ਅੱਗੇ ਇਹ ਪਰਖ ਪਾ ਕੇ ਚੰਗਾ ਨਹੀਂ ਕੀਤਾ, ਭੱਜਿਆ ਆਪਣੇ ਮਹਿਲਾਂ ਤੋਂ ਦਿਦਾਰੇ ਕਰਨ ਵਾਸਤੇ, ਦਰਸ਼ਨ ਕਰਨ ਵਾਸਤੇ। ਮਹਾਰਾਜ ਦੀ ਜਾਣ ਬੁੱਝ ਕੇ ਆਪਣਾ ਸਰੀਰ ਅਲੋਪ ਕਰ ਲਿਆ, ਪਾਸੇ ਹੋ ਗਿਆ। ਜੇ ਤੂੰ ਸਾਡੀ ਪਰਖ ਕੀਤੀ ਹੈ, ਹੁਣ ਅਸੀਂ ਤੇਰੀ ਵੀ ਪਰਖ ਕਰਾਂਗੇ। ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ। ਜੇ ਪ੍ਰੇਮ ਦੀ ਪਰਖ ਹੈ ਤੇ ਫਿਰ ਅਸੀਂ ਵੀ ਕਰਾਂਗੇ, ਤੇਰਾ ਕਿੰਨਾ ਕੁ ਪ੍ਰੇਮ ਹੈ। ਜਿਸ ਜਗ੍ਹਾ ਤੇ ਦੱਸਿਆ ਗਿਆ ਨਾ ਵੀ ਮਹਾਰਾਜ ਇੱਥੇ ਬੈਠੇ ਸੀ, ਰਾਜਾ ਦੌੜ ਕੇ ਆਇਆ ਤੇ ਕੀ ਵੇਖਦਾ ਵੀ ਸਤਿਗੁਰੂ ਤੇ ਉੱਥੇ ਹੈ ਹੀ ਨਹੀਂ। ਪੁੱਛਦਾ ਨੌਕਰਾਂ ਚਾਕਰਾਂ ਨੂੰ ਮਹਾਰਾਜ ਕਿੱਥੇ ਹੈ, ਕੋਈ ਨਹੀਂ ਦੱਸ ਪਾਇਆ। ਇਤਿਹਾਸਕਾਰ ਇਹ ਗੱਲ ਕਹਿੰਦੇ ਨੇ ਵੀ ਰਾਜਾ ਉਸ ਵੇਲੇ ਭੱਜ ਪਿਆ, ਪੈਰੋਂ ਜੁੱਤੀ ਲਾਹ ਕੇ ਕਿ ਮੈਂ ਰਾਜਾ ਹਾਂ, ਇਹ ਵੀ ਗੱਲ ਭੁੱਲ ਕੇ ਭੱਜ ਪਿਆ ਜੰਗਲ ਦੇ ਵਿੱਚ, ਸੱਜੇ ਖੱਬੇ ਅੱਗੇ ਪਿੱਛੇ ਦੌੜਿਆ ਫਿਰਦਾ, ਆਵਾਜ਼ਾਂ ਮਾਰਦਾ, ਸਤਿਗੁਰੂ ਕਿੱਥੇ ਹੋ, ਸਤਿਗੁਰੂ ਦਰਸ਼ਨ ਦਿੱਤੇ ਬਿਨਾ ਨਾ ਜਾਏ। ਇੰਨਾ ਬੇਬਲ ਹੋਇਆ ਹੈ, ਇੰਨਾ ਪਿਆਰ ਤੇ ਵੈਰਾਗ ਦੇ ਵਿੱਚ ਆਇਆ ਹੈ। ਵਿਦਵਾਨ ਜਨ ਕਹਿੰਦੇ ਰਾਜਾ ਲੱਕੜਾਂ ਨੂੰ, ਰੁੱਖਾਂ ਨੂੰ ਪੁੱਛਦਾ ਪਿਆ, ਜੰਗਲ ਵਿੱਚ ਵਿਚਰਨ ਵਾਲੇ ਜਾਨਵਰਾਂ ਨੂੰ ਵੀ ਪੁੱਛਦਾ ਪਿਆ, ਤੁਸੀਂ ਮੇਰਾ ਪਿਆਰਾ ਗੁਰੂ ਨਾਨਕ ਤੇ ਨਹੀਂ ਵੇਖਿਆ ਹੈ। ਦੌੜਦਿਆਂ ਦੌੜਦਿਆਂ, ਭਜਦਿਆਂ ਭਜਦਿਆਂ ਰਾਜਾ ਗਸ਼ ਖਾ ਕੇ ਧਰਤੀ ਤੇ ਡਿੱਗ ਪਿਆ, ਬੇਸੁਰਤ ਹੋਇਆ ਪਿਆ, ਲੰਮੇ ਪਿਆ ਹੋਇਆ। ਪਰ ਬੁੱਲਾਂ ਦੇ ਵਿੱਚੋਂ ਇੱਕੋ ਹੀ ਆਵਾਜ਼ ਨਿਕਲਦੀ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਤੇ ਜਦੋਂ ਐਸੀ ਅਵਸਥਾ ਬਣੀ ਨਾ, ਪ੍ਰੇਮ ਦੇ ਵਿੱਚ ਐਸਾ ਮਗਨ ਹੋਇਆ, ਤੇ ਸਤਿਗੁਰੂ ਤੇ ਫਿਰ ਪ੍ਰੇਮ ਨੂੰ, ਭਾਵਨਾ ਨੂੰ ਭਾਗ ਲਾਉਣ ਵਾਲੇ ਨਾ, ਧੰਨ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਝਾਟੀ ਜਿੱਥੇ ਕਿਤੇ ਗੁਪਤ ਹੋਏ ਸਨ, ਪ੍ਰਗਟ ਹੋ ਕੇ ਰਾਜੇ ਦੇ ਸਾਹਮਣੇ ਆ ਗਏ। ਰਾਜੇ ਨੇ ਉੱਠ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਆਪਣੀ ਗਲਤੀ ਦੀ ਮਾਫੀ ਮੰਗਦਾ, ਸਤਿਗੁਰੂ ਮੇਰੇ ਕੋਲੋਂ ਗਲਤੀ ਹੋਈ, ਮੈਂ ਤੁਹਾਡੇ ਵਾਸਤੇ ਇੱਕ ਪਰਚਾ ਪਾ ਦਿੱਤਾ, ਇੱਕ ਪਰਖ ਪਾ ਦਿੱਤੀ ਹੈ, ਪਰ ਮੈਂ ਕੀ ਕਰਦਾ, ਤੁਹਾਡਾ ਨਾਮ ਲੈ ਕੇ ਤੇ ਕਈ ਪਖੰਡੀ ਤੁਰੇ ਆਉਂਦੇ, ਆਖਦੇ ਅਸੀਂ ਗੁਰੂ ਨਾਨਕ ਹਾਂ। ਮਹਾਰਾਜ ਮੇਰੇ ਕੋਲ ਇਸ ਤੋਂ ਅੱਗੇ ਕੋਈ ਹੋਰ ਚਾਰਾ ਨਹੀਂ ਸੀ, ਮੈਨੂੰ ਮਜਬੂਰੀ ਵਾਸਤੇ ਕਾਰਨ ਕਰਨਾ ਪਿਆ। ਤੇ ਗੁਰਮੁਖੋ ਕੱਲੇ ਸੰਗਲਾਦੀਪ ਦੇ ਰਾਜੇ ਨੇ ਥੋੜੀ ਕੀਤਾ, ਇਹ ਤੇ ਮੱਖਣ ਸ਼ਾਹ ਲੁਬਾਣੇ ਨੇ ਵੀ ਕੀਤਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਰਖ ਕਰਨ ਵਾਸਤੇ ਸਾਰੇ ਗੁਰੂਆਂ ਦੇ ਅੱਗੇ ਟਕਾ ਟਕਾ, ਦੋ ਦੋ ਟਕੇ ਮੂਹਰਾਂ ਰੱਖ ਕੇ ਮੱਥਾ ਟੇਕਦਾ, ਵੇਖਦਾ ਹੈ ਵੀ ਇਹ ਜੇ ਗੁਰੂ ਪੂਰਾ ਹੋਇਆ, ਮੇਰੇ ਕੋਲੋਂ ਆਪਣੀ ਇਮਾਨਤ ਮੰਗ ਕੇ ਲੈ ਲਵੇ। ਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਦੋ ਮੋਹਰਾਂ ਜਾ ਕੇ ਰੱਖੀਆਂ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੀ ਇਹੋ ਹੀ ਬਚਨ ਆਖੇ ਸਨ, ਕਹਿਣ ਲੱਗੇ, ਮੱਖਣ ਸ਼ਾਹ ਲੁਬਾਣਾ ਜੀ, ਗੁਰੂ ਘਰ ਨੂੰ ਮਾਇਆ ਦੀ ਘਾਟ ਤੇ ਨਹੀਂ, ਪਰ ਸਿੱਖ ਬਚਨ ਹਾਰਦਾ ਪਿਆ। ਤੂੰ ਜਿਹੜਾ ਬਚਨ ਕੀਤਾ ਉਹ ਹਾਰਦਾ ਪਿਆ, ਬਚਨ ਪੂਰਾ ਕਰ। ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ, ਮਹਾਰਾਜ ਬਚਨ ਨਹੀਂ, ਮੈਂ ਤੇ ਪਖੰਡੀਆਂ ਦੇ ਵਿੱਚੋਂ ਪੂਰਾ ਲੱਭਦਾ ਪਿਆ। ਇੱਕ ਵਾਰੀ ਆਖੀਏ ਸਤਨਾਮ। ਗੁਰੂ ਕੀ ਸੰਗਤ ਗੱਜ ਕੇ ਆਖੋ ਸਤਨਾਮ। ਐਸੇ ਐਸੇ ਸਿੱਖ ਹੋਏ ਨੇ ਜਿਨ੍ਹਾਂ ਨੇ ਸਮਾਂ ਪੈਣ ਤੇ ਗੁਰੂ ਦੀ ਵੀ ਪਰਖ ਕੀਤੀ ਹੈ, ਔਰ ਪੂਰੇ ਗੁਰੂ ਦੀ ਪਰਖ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਲੱਗੇ। ਇਤਿਹਾਸ ਦੇ ਵਿੱਚ ਤੇ ਜੀਵਨ ਵਿੱਚ ਦੋਵਾਂ ਥਾਵਾਂ ਤੇ ਹੀ ਅਮਰ ਹੋ ਗਏ।
राजे ने परख की है, हुण सतगुरां दा प्रेमी बन गया है। गुरु नानक देव महाराज दे दर्शन करके बचन सुने ते सफला हो गया। गुरु अर्जन देव पातशाह कहन लगे, गुरु नानक जिन सुनिया पेखिया से फिर गर्भास ना परया रेओ। संगला दीप दे राजे ने ऐसी भावना प्रेम दे नाल गुरु नानक देव पातशाह दे दर्शन करके सफला होया। गुरमुखो ऐसे ने गुरु नानक देव पातशाह जिन्हां दा अज सानू प्रकाश दिहाड़ा प्राप्त हो रहा है। विद्वान जन कहंदे ने महाराज साहब जियां ने राय भोए दी तलवंडी, जिस नूं अज आपां श्री ननकाना साहब दे नाम दे नाल याद करदे हां, इह है महाराज जियां दा ओह स्थान जिथे सतगुरां ने इस धरती नूं भाग लाउणे। इस धरती के उपर राय बुलार वर्गे रहिंदे ने। विद्वान कहंदे 39,000 एकड़ जमीन का मालक है राय बुलार। उसकी इन्नी जमीन की जिहदी पैरवाही करनी है ते उसकी जिहड़ी सारी सेवा संभाल है बाबा कल्याण चंद जी, जिन्होंने आपां गुरु नानक देव पातशाह महाराज जी के पिता आखदे हाँ, राय बुलार की 39,000 एकड़ जिहड़ी जमीन है उसका सारा कार मुख्तियार इन्हां दे कोल ही है। ते अपनी जिम्मेवारी दे नाल तनदेही दे नाल ये सारी सेवा निभाउंदे पए। सतगुरां दी गुरबाणी दा बचन है, कलमल होई मेदनी अरदास करे लिव लाए। जदों धरती ते पाप वधदा है ना, धरती फिर रब दे अगे फरियाद करदी है, ऐ परमात्मा मेरे ते भार वधिया, मेरे ते पाप वधिया, किरपा कर इस पाप तो मेरा छुटकारा करवा। ते फिर उस दे पाप नूं कटण वास्ते महाराज धर्म की राखी करन वास्ते अवतार धारदे ने, धर्म नूं समर्थ करदे। आपां एक साखी सरवण करदे आ। लोग ये गल आखदे ने इस धरती नूं एक बलद ने अपने सिंगां ते चुकिया होया। असीं भी कईयां कोलों निके हुंदिआं बचन सुनिया भी धरती नूं बलद ने सिंगां ते चुकिया होया। बलद दा एक सिंग थक जांदा, दूजे सिंग ते रख लैंदा है। गुरु नानक देव महाराज साहब जियां नूं भी ये बचन सिद्धा ने कह दिते। सिद्ध कहन लगे महाराज ये धरती ते बलद ने सिंगां ते चुकी है, पर जे ते कोई साडे वर्गा हुंदा ते चुप कर जांदा भी ठीक है। पर महाराज दा सवाल खड़ा हो गया, कहन लगे बलद किहदे आसरे खलोता है? ते फिर जवाब देना पिया जी उहदे थल्ले एक होर धरती है, धरती थले एक होर बलद है। लम्मी विचार चली। महाराज ने पूछया सब तो थले कौन है? कहन लगे जी वो ते रब दे आसरे खलोता। ते गुरु नानक देव महाराज कहन लगे सिद्धो बचन है, धौल धर्म दया का पूत, संतोख थाप रखिया जिन सूत। जे को बुझै होवै सचियार, धवलै उपर केता भार। ये बहाने छड्ड के बचन ये मनना पैना, धरती धर्म दे आसरे खलोती है। धर्म ने ही धरती नूं सांभिया होया है। जदों वो धर्म डगमगाउंदा है ना, धर्म नहीं रह जांदा, पाप वध जांदा है, उदों धरती फिर फरियाद करदी है परमात्मा दे अगे भी ऐ अकाल पुरख किरपा कर, इन्ना भार दा बोझ मेरे तो नहीं चुकिया जा रहा। ते उस वेले फिर की हुंदा है, जदों धरती अरदास करदी है ना, कलमल होई मेदनी अरदास करे लिव लाए। धरती ने अरदास की है। इस बचन नूं कोई खंडन नहीं कर सकता। सतगुरां दी गुरबाणी दा ये बचन है। जदों धरती ने अरदास की है, सच्चै सुनिया कन दे। परमात्मा ने धरती दी फरियाद नूं बड़े ध्यान दे नाल सुनिया। धीरक देवै सहज सुभाए, धीरज दिता, हौसला दिता। कहन लगे धरतीए फिक्र ना कर, असी बड़ी जल्दी आप आके इत्थे अवतार धारांगे, तेरे पाप नूं तेरे भार नूं दूर करांगे। ते गुरु गोबिंद सिंह महाराज ने ते भी बचन लिखे ने भी गुरु नानक साहब नूं दुनिया ते आउण तो पहलां बड़े बड़े पैगंबर औलिए अवतार रिखी मुनि जोगी परमात्मा ने बड़े भेजे, पर किसी ने भी परमात्मा का नाम नहीं जपाया। सारे अपना अपना नाम जपाउंदे। जदों वेखिया भी नहीं कोई भी पूरा नहीं उतरिया, तो फिर गुरमुखो अज दे दिन 31 दी पूर्णमासी का दिहाड़ा प्राप्त हो रहा ना। आपां
ਇਸ ਪੂਰਨਮਾਸੀ ਦੇ ਦਿਨ ਨੂੰ ਭਾਗ ਲਾਉਂਦਿਆਂ ਹੋਇਆਂ ਮਾਤਾ ਤ੍ਰਿਪਤਾ ਜੀ ਅਤੇ ਬਾਬਾ ਕਲਿਆਣ ਚੰਦ ਜੀ ਤਿੰਨਾਂ ਦੇ ਗ੍ਰਹਿ ਨੂੰ ਭਾਗ ਲਾਉਂਦਿਆਂ ਹੋਇਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਅੱਜ ਦੇ ਦਿਨ ਰਾਏ ਭੋਏ ਦੀ ਪਵਿੱਤਰ ਤਲਵੰਡੀ ਦਾ ਜੋ ਪਵਿੱਤਰ ਸਥਾਨ ਹੈ ਉਸ ਨੂੰ ਭਾਗ ਲਾਉਣ ਵਾਸਤੇ ਅੱਜ ਦੇ ਦਿਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸੰਸਾਰ ਦੇ ਵਿੱਚ ਅਵਤਾਰ ਧਾਰਨ ਕਰਕੇ ਆਏ। ਤੇ ਜਿਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਦੁਨੀਆ ਤੇ ਆਏ, ਬੀਬੀ ਦੌਲਤਾਂ ਆਪਾਂ ਨਾਮ ਸਰਵਣ ਕਰਦੇ ਹਾਂ ਨਾ, ਦਾਈ ਦੌਲਤ ਮਹਾਰਾਜ ਜੀਆਂ ਦੀ ਔਰ ਮਾਤਾ ਜੀਆਂ ਦੀ ਸੇਵਾ ਵਿੱਚ ਲੱਗੇ ਹੋਏ। ਸਭ ਤੋਂ ਪਹਿਲਾਂ ਜੇ ਕਿਸੇ ਨੇ ਦਰਸ਼ਨ ਕੀਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਤੇ ਉਹ ਦਾਈ ਦੌਲਤਾਂ ਹੈ। ਇਤਿਹਾਸਕਾਰ ਇਹ ਕਹਿੰਦੇ ਨੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਉਹਨਾਂ ਦਾ ਸਾਥੀ ਭਾਈ ਮਰਦਾਨਾ ਹੈ, ਜੋ ਸਤਿਗੁਰਾਂ ਦੇ ਨਾਲ ਰਬਾਬ ਦੀ ਸੇਵਾ ਕਰਦਾ ਹੈ। ਤੇ ਜਿੱਥੇ ਜਿੱਥੇ ਸਤਿਗੁਰੂ ਗਏ, ਇੱਕ ਬਾਬਾ ਅਕਾਲ ਮੂਰਤ, ਦੂਜਾ ਰਬਾਬੀ ਮਰਦਾਨਾ, ਆਪਾਂ ਬਚਨ ਪੜ੍ਹਦੇ ਹਨ। ਜਿਹੜੇ ਭਾਈ ਮਰਦਾਨਾ ਜੀ ਰਬਾਬ ਵਜਾ ਕੇ ਕੀਰਤਨ ਦੀ ਸੇਵਾ ਕਰਵਾਉਂਦੇ, ਕਹਿਣ ਲੱਗੇ ਜਿਹੜੀ ਦਾਈ ਹੈ ਦੌਲਤਾਂ ਭਾਈ ਮਰਦਾਨਾ ਜੀ ਦੇ ਤਾਇਆ ਜੀ ਦੀ ਪੁੱਤਰੀ ਹੈ ਅਤੇ ਇਹ ਸਾਰੇ ਕਾਰ ਵਿਹਾਰ ਨੂੰ ਕਾਰਜ ਨੂੰ ਇਹ ਦਾਈ ਪੁਣੇ ਦਾ ਇਹ ਕੰਮ ਕਰਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਦੇ ਅਵਤਾਰ ਹੁੰਦਿਆਂ ਸਭ ਤੋਂ ਪਹਿਲਾਂ ਇਸ ਨੇ ਦਰਸ਼ਨ ਕੀਤੇ। ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਦੁਨੀਆ ਤੇ ਆਏ, ਆਮ ਬੱਚੇ ਦਾ ਜਨਮ ਹੁੰਦਾ ਤੇ ਬੱਚਾ ਰੋਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਅਵਤਾਰ ਹੋਇਆ। ਸਤਿਗੁਰੂ ਸਿਆਣਿਆਂ ਵਾਲਾ ਹਾਸਾ, ਜਿਵੇਂ ਕੋਈ ਸਿਆਣਾ ਬੰਦਾ ਮੁਸਕਰਾਉਂਦਾ ਨਾ ਕਿਸੇ ਗੱਲ ਤੋਂ, ਇਸ ਤਰ੍ਹਾਂ ਸਿਆਣਿਆਂ ਦੇ ਵਾਂਗ ਮਹਾਰਾਜ ਜੀ ਮੁਸਕਰਾਏ। ਦੌਲਤਾਂ ਦਾਈ ਵੇਖ ਕੇ ਬੜੀ ਹੈਰਾਨ ਹੁੰਦੀ ਹੈ। ਕਿਸੇ ਵਿਦਵਾਨ ਨੇ ਪੁੱਛਿਆ ਵੀ ਕਾਰਨ ਕੀ ਹੋ ਸਕਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆ ਤੇ ਆ ਕੇ ਸਭ ਤੋਂ ਪਹਿਲਾਂ ਇੰਨਾ ਪਿਆਰਾ ਹਾਸਾ ਕਿਵੇਂ ਹੱਸੇ ਮੁਸਕਰਾਏ, ਕਿਉਂ? ਤੇ ਵਿਦਵਾਨ ਕਹਿੰਦਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਦੁਨੀਆ ਤੇ ਆਉਣ ਦੀ ਖਬਰ ਜਿਹੜੀ ਹੈ ਦੇਵਤਿਆਂ ਨੂੰ ਪਹਿਲਾਂ ਹੋਈ ਹੈ ਵੀ ਗੁਰੂ ਨਾਨਕ ਦੇਵ ਨਿਰੰਕਾਰ ਆ ਰਹੇ ਨੇ, ਪਰਮੇਸ਼ਰ ਆ ਰਹੇ ਨੇ। ਅੱਜ ਵੀ ਗੁਰਮੁਖੋ ਕੋਈ ਦੁਨੀਆ ਦਾ ਵੱਡਾ ਬੰਦਾ ਕਿਤੇ ਆਉਣਾ ਹੋਵੇ ਤੇ ਛੋਟੇ ਅਫਸਰ, ਛੋਟੇ ਮੰਤਰੀ ਪਹਿਲਾਂ ਹੀ ਪਹੁੰਚ ਜਾਂਦੇ ਦੇਖ ਰੇਖ ਕਰਨ ਵਾਸਤੇ, ਜੀ ਆਇਆਂ ਕਹਿਣ ਵਾਸਤੇ। ਗੁਰੂ ਨਾਨਕ ਦੇਵ ਮਹਾਰਾਜ ਦਾ ਆਉਣਾ ਸੁਣ ਕੇ तमाम ਦੁਨੀਆ ਦੇ ਜਿਹੜੇ ਦੇਵਤੇ ਨੇ, ਪੈਗੰਬਰ ਨੇ, ਰਿਖੀ ਨੇ, ਮੁਨੀ ਨੇ, ਜਪੀ ਨੇ, ਤਪੀ ਨੇ, ਉਹ ਸਾਰੇ ਗੁਪਤ ਰੂਪ ਦੇ ਵਿੱਚ ਹੱਥ ਜੋੜ ਕੇ ਸਤਿਗੁਰਾਂ ਦੇ ਸਵਾਗਤ ਵਾਸਤੇ ਖਲੋਤੇ ਹੋਏ ਕਿ ਇੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਚਰਨ ਪਾਉਣੇ ਨੇ, ਇੱਥੇ ਅਕਾਲ ਪੁਰਖ ਨੇ ਆਉਣਾ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਵੇਖਿਆ ਇਹ ਦੇਵਤੇ, ਪੈਗੰਬਰ, ਇਹ ਰਿਖੀ ਮੁਨੀ, ਇਹ ਨਾਮ ਜਪਣ ਵਾਲੀਆਂ ਰੂਹਾਂ ਤੇ ਪਹਿਲਾਂ ਹੀ ਸਾਡੇ ਆਉਣ ਦਾ ਇਹਨਾਂ ਨੂੰ ਪਤਾ ਲੱਗਾ ਤੇ ਸਵਾਗਤ ਵਾਸਤੇ ਖਲੋਤੇ। ਉਹਨਾਂ ਦੀ ਨਮਸਕਾਰ ਕਬੂਲ ਕਰਦਿਆਂ ਹੋਇਆਂ, ਉਹਨਾਂ ਦੀ ਨਮਸਕਾਰ ਪ੍ਰਵਾਨ ਕਰਦਿਆਂ ਹੋਇਆਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮਿੱਠਾ ਜਿਹਾ ਮੁਸਕਰਾ ਕੇ ਉਹਨਾਂ ਦੀ ਨਮਸਕਾਰ ਨੂੰ ਪ੍ਰਵਾਨ ਕੀਤਾ। ਦੌਲਤਾਂ ਦਾਈ ਨੇ ਦੌੜ ਕੇ ਬਾਹਰ ਜਾ ਕੇ ਬਾਬਾ ਕਲਿਆਣ ਚੰਦ ਜੀ ਨੂੰ ਦੱਸਿਆ, ਤੁਹਾਡੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ। ਬਾਬਾ ਕਲਿਆਣ ਚੰਦ ਜੀ ਬੜੇ ਖੁਸ਼ ਹੋਏ, ਕਿਉਂਕਿ ਦੁਨੀਆ ਵਾਲਿਓ ਜੱਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ। ਜਦੋਂ ਇਹ ਬਚਨ ਸੁਣਿਆ ਨਾ, ਬਾਬਾ ਕਲਿਆਣ ਚੰਦ ਜੀ ਛੇਤੀ ਦੇ ਨਾਲ ਆਪਣਾ ਇੱਕ ਦਾਸ ਭੇਜਿਆ, ਕਹਿਣ ਲੱਗੇ ਆਪਣੇ ਕੁਲ ਦਾ, ਖਾਨਦਾਨ ਦਾ ਜਿਹੜਾ ਪੰਡਤ ਹੈ ਹਰਦਿਆਲ, ਉਸ ਨੂੰ ਜਾ ਕੇ ਖਬਰ ਕਰੋ ਕਿ ਬਾਬਾ ਕਲਿਆਣ ਚੰਦ ਦੇ ਘਰ ਵਿੱਚ ਪੁੱਤਰ ਪ੍ਰਾਪਤ ਹੋਇਆ ਹੈ, ਉਸ ਦੇ ਬਾਰੇ ਸਾਡੇ ਘਰ ਵਿੱਚ ਆਉਣਾ ਕਰੇ। ਜਦੋਂ ਦਾਸ ਗਿਆ ਨਾ ਦੌੜ ਕੇ ਪੰਡਤ ਹਰਦਿਆਲ ਦੇ ਕੋਲ ਦੱਸਣ ਵਾਸਤੇ, ਕਿਉਂਕਿ ਉਹਨਾਂ ਦੀ ਜਿਹੜੀ ਆ ਕੁੰਡਲੀ ਵਗੈਰਾ ਬਣਾਉਣੀ ਹੈ ਨਾ, ਉਦੋਂ ਅਜੇ ਸਿੱਖ ਧਰਮ ਤੇ ਲਾਗੂ ਨਹੀਂ ਨਾ ਹੋਇਆ, ਗੁਰਮਤ ਲਾਗੂ ਨਹੀਂ ਹੋਈ ਹੈ। ਜੋ ਵੀ ਉਸ ਵੇਲੇ ਦੀ ਖਾਨਦਾਨ ਦੀ ਪਰੰਪਰਾ ਸੀ ਉਹਨੂੰ ਅੱਗੇ ਵਧਾਉਣ ਵਾਸਤੇ ਜਦੋਂ ਪੰਡਤ ਹਰਦਿਆਲ ਜੀਆਂ ਨੂੰ ਸੁਨੇਹਾ ਮਿਲਿਆ ਨਾ ਵੀ ਬਾਬਾ ਕਲਿਆਣ ਚੰਦ ਜੀ ਦੇ ਘਰ ਵਿੱਚ ਇਸ ਵੇਲੇ ਪੁੱਤਰ ਪ੍ਰਾਪਤ ਹੋਇਆ ਹੈ, ਕਹਿਣ ਲੱਗੇ ਬਚਨ ਸੁਣਦਿਆਂ ਪੰਡਤ ਹੈਰਾਨ ਹੋ ਗਿਆ। ਇਸ ਵੇਲੇ ਕੋਈ ਆਮ ਬਾਲਕ ਨਹੀਂ ਜਨਮ ਲੈ ਸਕਦਾ, ਜਿਹੜਾ ਇਸ ਵੇਲੇ ਜਨਮ ਕੇ ਆਇਆ ਹੈ, ਅਵਤਾਰ ਲੈ ਕੇ ਆਇਆ ਹੈ, ਜਿਹੜਾ ਹੁਣ ਸਮਾਂ ਚੱਲਦਾ ਪਿਆ ਹੈ, ਜਾਂ ਤੇ ਅਵਤਾਰ ਹੋ ਸਕਦਾ ਹੈ ਜਾਂ ਫਿਰ ਇਹ ਚੱਕਰਵਰਤੀ ਕੋਈ ਬਾਦਸ਼ਾਹ ਹੋ ਸਕਦਾ।
पंडित ने उसे वेले कपड़े पहने, मैं ऐसी जोत दे हुणे ही दर्शन करांगा, जाके वेखांगा वो बच्चा बालक किस तरह दा है। छेती दे नाल पंडित हरदयाल जी बाबा कल्याण चंद जी दे घर विच आए ਅਤੇ ਸਾਰੀ ਗੱਲਬਾਤ ਪੁੱਛਣ ਤੋਂ ਮਗਰੋਂ ਪੰਡਤ ਹਰਦਿਆਲ ਜੀ ਕਹਿਣ ਲੱਗੇ, ਮੈਂ ਸਾਰੀ ਇਹਨਾਂ ਦੀ ਭਵਿੱਖਬਾਣੀ, ਇਹਨਾਂ ਦੀ ਕੁੰਡਲੀ ਬਣਾ ਕੇ ਤਾਂ ਦੱਸ ਸਕਦਾ ਹਾਂ ਜੇ ਉਸ ਬੱਚੇ ਦੇ ਮੈਨੂੰ ਦਰਸ਼ਨ ਕਰਵਾਏ ਜਾਣ। ਤੇ ਜਦੋਂ ਇਹ ਬਚਨ ਅੱਗੇ ਰੱਖਿਆ, ਦੌਲਤਾਂ ਦਾਈ ਨੇ ਜਾ ਕੇ ਮਾਤਾ ਤ੍ਰਿਪਤਾ ਜੀ ਨੂੰ ਦੱਸਿਆ, ਬਾਹਰ ਪੰਡਤ ਜੀ ਬੱਚੇ ਨੂੰ ਬੁਲਾਉਂਦੇ ਪਏ, ਦਰਸ਼ਨ ਕਰਨਾ ਚਾਹੁੰਦੇ। ਮਾਤਾ ਜੀ ਨੇ ਨਾ ਕਰ ਦਿੱਤੀ, ਕਹਿਣ ਲੱਗੇ ਨਹੀਂ, ਛੋਟਾ ਹੈ, ਇਹਦਾ ਤੇ ਜਨਮ ਹੀ ਹੁਣ ਹੋਇਆ ਹੈ, बाहर इन्हों हवा लग जाएगी, बाहर जाके कोई ना कोई विघन पै जाएगा, इन्हों का शरीर तंदुरुस्ती तो बीमारी का शिकार भी हो सकता, असी नहीं देवां। पर पंडित बाहर खलोता बेनतियां मनो मनो करदा पिया कि जो भी तुसी हो, निरंकार दा स्वरूप हो, इस वेले संसार ते आउण वाले हो, मैनू अपना दास जान के, सेवक जान के कोई विध इहो जी बना दिओ, कोई बहाना इहो जिहा बना दिओ, मैनू किवें ना किवें आके दर्शन जरूर दे। जदों अरदासां करदा है, सतगुरु नानक देव महाराज जियां ने अपनी माता जी दे मन नूं प्रेरिया। माता जी ने उस वेले आग्या दित्ती, कहन लगे चलो जे वार वार कहिंदे हो कि उस पंडित नूं दर्शन करवा दिओ। जदों दौलतां दाई जी गुरु नानक देव महाराज जियां नूं चुक के कंबल दे विच लपेट के बाहर लैके आए ना, ते गुरु नानक देव महाराज दे चरणां दे उपर पंडित मन ही मन करके नमस्कार करदा पिया। एक पासे यह है भी दुनिया वेखदी है, दुनिया आखेगी एडा वड्डा पंडित, इन्नी विद्या पढ़िया, इन्नी वड्डी उमरा वाला निक्के जे बालक नूं नमस्कारदा दुनिया का, दुनिया दे लोग की कहणगे। इस गल तो भी बचदा पिया है, मनो मनो अरदास भी करदा पिया है। अपने मन तो मत्था टेक के सारियां तो पहला सवाल किया। पंडित हरदयाल जी कहन लगे, जदों इस बालक ने जन्म लिया उस वेले इस दे हाव भाव किहो जिहे सन? उदों कोई नवी गल हुई है? जदों पंडित ने पूछा, अपनी विद्या दे विच वो माहर है भी इस वेले आम नहीं है, कोई ना कोई नवा जरूर इसने कौतक किया होवेगा। दौलतां दाई ने दसिया, कहन लगी, पंडित जी मेरे इन्हां हत्थां दे नाल पता नहीं मैं किन्ने को बालकां नूं जन्म दिवाया ते दिता है, मैनू बड़ा तजर्बा है अपने काम दा, पर जिन्ने बालक दुनिया ते जन्म लैके आए सारे ही जन्म लैण वेले रोंदे ने, जां हो सकदा बेहोशी दे विच कोई ना रोया होवे ते चुप कीता रहा होवे, पर ये दुनिया दा पहला बालक है मेरे तजर्बे दे विच जिहड़ा जन्म लैंदियां ही मुस्कुराया है। पंडित जानता है, मैं मानता हाँ भी ये बालक आम नहीं है, ये कौतक भी आम नहीं होणगे। दूजा सवाल किया, कहन लगे कोई इसने बचन भी आख्या, कोई होर भी कौतक किया तो वह भी मैनू दसिया जावे। दौलतां दा दूजा बचन है, इस बालक ने जन्म लैंदियां कोई बचन अपने मुंह तो आख्या जरूर है, पर मैं समझ नहीं सकी भी वो बचन की है, केड़ा बचन आख्या है। विद्वान कहंदे, जो परमेश्वर ने वादा किया सी ना धरती दे नाल कि धरतीए असीं जन्म लैके आवांगे, नाम जपांगे ते नाम जपावांगे, तेरे पाप नूं तेरे भार नूं दूर करांगे, वो बचन नूं पूरा करन वास्ते गुरु नानक देव महाराज दे रूप दे विच आके सब तो पहला मुखों बचन जिहड़ा निकलिया वो महाराज ने आख्या वाहेगुरू। एक बारी सारे आखिए सतनाम वाहेगुरू शब्द। सो इस तरह जदों गुरु नानक देव महाराज साहब जियां दा मुखों ये बचन निकल गया, पंडित ने आख्या ठीक है, जो मैं जानना चाहता सी वो मैं जान लिया है, जो मैं पता करना चाहता सी वो मैं पता कर लिया है। उस वेले बाबा कल्याण चंद जी कहन लगे, पंडित जी इन्हां दी कुंडली बना के दसो, ये आउण वाले समय विच किस तरह दे होणगे, किवें दे होणगे, और ये किहड़े किहड़े कौतक करनगे, घर नूं किन्ना कू अगे लैके जाणगे, किन्नियां कू कमाईयां करनगे। और एक बचन होर बड़े ध्यान दे नाल मेरा सुन लवो,
ਆਪ ਜੀ ਕਿਰਪਾ ਕਰਕੇ ਵੇਦਾਂ ਸ਼ਾਸਤਰਾਂ ਦੇ ਮੁਤਾਬਕ ਇਸ ਦਾ ਬੜਾ ਇੱਕ ਚੰਗਾ ਜਿਹਾ ਨਾਮ ਵੀ ਸਾਨੂੰ ਨਾਮਕਰਨ ਕਰਕੇ ਦੱਸੋ ਕਿ ਇਹਦਾ ਨਾਮ ਆਪਾਂ ਕੀ ਰੱਖੀਏ। ਜਦੋਂ ਪੰਡਤ ਹਰਦਿਆਲ ਜੀਆਂ ਨੇ ਬਚਨ ਸੁਣੇ ਨਾ ਬਾਬਾ ਕਲਿਆਣ ਚੰਦ ਜੀ ਦੇ ਕੋਲੋਂ, ਤੇ ਫਿਰ ਪੰਡਤ ਜੀ ਕਹਿਣ ਲੱਗੇ ਇਸ ਵਾਸਤੇ ਮੈਨੂੰ ਥੋੜਾ ਸਮਾਂ ਚਾਹੀਦਾ, ਮੈਂ ਚੰਗੀ ਤਰ੍ਹਾਂ ਆਪਣੇ ਗਣਿਤ ਨੂੰ ਵਿਚਾਰ ਲਵਾਂ, ਚੰਗੀ ਤਰ੍ਹਾਂ ਆਪਣੇ ਜੋਤਿਸ਼ ਨੂੰ ਵਿਚਾਰ ਕੇ ਪੜ੍ਹ ਕੇ ਫਿਰ ਮੈਂ ਦੱਸਾਂਗਾ ਵੀ ਇਹਨਾਂ ਦਾ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੈ ਔਰ ਇਹਨਾਂ ਦਾ ਨਾਮ ਕੀ ਰੱਖਿਆ ਜਾ ਸਕਦਾ ਹੈ। ਪਿਤਾ ਕਲਿਆਣ ਚੰਦ ਜੀਆਂ ਨੇ ਉਸ ਵੇਲੇ ਆਗਿਆ ਦਿੱਤੀ ਹੈ, ਕਹਿਣ ਲੱਗੇ ਠੀਕ ਹੈ ਜੀ, ਤੁਸੀਂ ਇਸੇ ਤਰ੍ਹਾਂ ਹੀ ਕਰੋ। ਪੰਡਤ ਜੀ ਆਪਣੇ ਗ੍ਰਹਿ ਚਲੇ ਗਏ। इधर धन गुरु नानक देव महाराज जी अपनी माता जी दे कोल नाल लम्मे पै होए निक्कियां निक्कियां किलकारियां मारदे बड़ियां खुशियां दा समा माता पिता नूं महाराज साहब जियां ने बख्शिश कीता है। भाई संतोख सिंह जी कहन लगे 8 बत्तियां वाला दीवा उस कमरे दे विच जगदा पिया जिथे माता तृप्ता जी सुभाएमान सन, लेटे हुए सन। कमरे दे विच प्रकाश ही प्रकाश है। पर जदों गुरु नानक देव महाराज जियां दा अवतार दुनिया ते होया, कमरे दे विच इन्नी रोशनाई हुई है, कमरे दे विच इन्ना प्रकाश होया है, दीवे दा प्रकाश ते उस वेले मध्यम पै गया। दीवे दा प्रकाश ते लगदा ही नहीं, कमरे विच कुदरती प्रकाश इन्ना होया है, ऐसी महिमा बनी है। 4 सवेरे तो फुल्लां दी बरखा अते सुगंधी दी जिहड़ी खुशबू आ रही है, देवतियां ने चंदन छिड़किया है। जय जयकार दे उस वेले मुखों अपने बचन कीते। पंडित हरदयाल जी अपने घर पहुंचे, चंगी तरह जोतिष नूं विचार के ते फिर उन्होंने नामकरण किया। चंगी तरह अपने जोतिष नूं विचार के कुंडली बना के आ गए बाबा कल्याण चंद जी दे कोल। कहन लगे बाबा कल्याण चंद जी जेड़े मैं बचन करन लगा मेरी विद्या दे मुताबक बिल्कुल वो सच ने, और मैं तुहानू झूठा बचन कोई नहीं कहांगा। पर ये बचन आप जियां ने बड़े ध्यान दे नाल सुने। बाबा कल्याण चंद जियां ने उस वेले पंडित जी नूं अपने कोल बिठा लिया। कहन लगे दसो तुसीं की दसना चाहुंदे हो। ते उस वेले पंडित जी कहन लगे इन्हां नूं पहला बचन ते है भी अपना कल्ला पुत्र ना समझना। संसारी तौर ते तुहाडा इन्हां नाल रिश्ता है भी तुहाडे गृह विखे तुहाडे घर विच इन्हां ने जन्म लिया है। संसारी तौर ते पुत्र ने, पर असल विच तुहाडे पुत्र नहीं, असल विच दुनिया बनाउण वाले ने। ये निरंकार ने, ये परमेश्वर ने। तुहाडा नाम ते तुहाडी कुल नूं सदा वास्ते अमर करन वास्ते तुहाडे घर नूं इन्हां ने भाग लाए। ये पहला बचन है, इसनूं चंगी तरह जिंदगी में याद रखना। दूजा बचन ये है बाबा कल्याण चंद जी, ये साडे वांग तुहाडे वांग ये कर्मां नूं भोगण वास्ते नहीं आए। जिवें आपां कर्मां नूं भोगदे आ ना, नाक नाथ खसम हाथ किरत धक्के दे, जहां दाने तहां खाने नानका। असीं सारे कर्मां दे बधे आए आ। जिथे जिथे साडा चोग लिखिया असीं चुगांगे, जिथे जाना उत्थे जावांगे। पर पंडित हरदयाल जी कहन लगे साडे वांग कर्मां दे बधे नहीं आए, ते ना ही ये साडे वांग कर्मां दे बधे होए किते चोग चुगण वास्ते जाणगे। ये सुतंत्र ने, अपनी मर्जी नाल जिधर नूं इन्हां दा जी करेगा जाणगे। इन्हां दे उपर कोई कर्म भी लागू नहीं होवे। ते गुरमुखो आपां इतिहास विच एक साखी पढ़दे ना, जदों कौडे राक्ष ने भाई मरदाना जी नूं फड़िया ते भाई मरदाना जी नूं जिस वेले वो खाना चाहुंदा है, इतिहास की साखी आपां इह सरवण कीती है। केवल टूक मात्र ये बचन आपां सरवण करांगे। जदों भाई मरदाना जी नूं वो खाना चाहुंदा है, उस वेले गुरु नानक देव महाराज साहब जी ने जाके भाई मरदाना जी नूं जिथे बचाया, ते जदों दर्शन दिते उस राक्षस नूं कौडे नूं, ते सतगुरां दे नूरानी चेहरे दे दर्शन करके छेती दे नाल भज के गया ते एक बड़ा पुराना सीसा कढ के ले आया। पुछया ये कादे वास्ते है? कहन लगा ये मैनू इस वास्ते प्राप्त होया है, मैनू ये बचन होए सन भी जदों मेरा भला होना है ओदे जदों तू दर्शन इस सीसे विच करेगा तैनू केवल ओदा स्वरूप ही नजर आएगा, ओदे तो बिना होर कुछ नहीं दिसेगा।
पर ਉਹਦੇ ਤੋਂ ਬਿਨਾ ਜੇ ਕਿਸੇ ਹੋਰ ਨੂੰ ਇਹ ਸੀਸੇ ਵਿੱਚ ਵੇਖੇਗਾ ਉਹਦੀਆਂ ਪਿਛਲੀਆਂ ਜੂਨਾਂ ਦਾ ਰੂਪ ਤੈਨੂੰ ਇਹਦੇ ਵਿੱਚ ਦਿਸੇਗਾ। ਇਹ ਸੀਸਾ ਮੈਨੂੰ ਪ੍ਰਾਪਤ ਹੋਇਆ, ਦੌੜ ਕੇ ਲੈ ਕੇ ਆਇਆ, ਗੁਰੂ ਨਾਨਕ ਦੇ ਪਾਤਸ਼ਾਹ ਦੇ ਅੱਗੇ ਰੱਖ ਕੇ ਜਦੋਂ ਮਹਾਰਾਜ ਦਾ ਮੁਖ ਤੱਕਿਆ ਸਮਝ ਗਿਆ ਇਹ ਪਹਿਲਾਂ ਕਿਸੇ ਜਨਮ ਦੇ ਵਿੱਚ ਨਹੀਂ ਆਇਆ, क्योंकि जम्मन मन तो मुक्त होया करदा गुरु परमेश्वर ये मेरे भले वास्ते आए ने चरणा ते पै गया। महाराज ने उन्होंने बख्शिया ते ओदा पार उतारा किया। बचन ये है कि गुरु नानक दे पातशाह दे जन्म जिस वेले होया है उहदे मुताबक पंडित दसदा पिया इन्हां दी कोई रेखा नहीं है, इन्हां दा कोई कर्म नहीं है, इन्हां दा किते दाना पानी बद्धा नहीं, अपनी मर्जी नाल जिधर नूं जाणगे इन्हां नूं रोकेगा कोई। दूजा बचन आखिया कहन लगे जिधर नूं ये मूँह कर लैणगे भावें अगे पहाड़ होवे ते भावें अगे समुंदर होवे, नदियां ते भावें नहरां क्यों ना होण, इन्हां नूं सारे ही राह देणगे। ना पहाड़ इन्हां दा रस्ता रोकेगा ना समुंदर इन्हां दा रस्ता रोकेगा। ते गुरमुखो ये ते बचन आपां पढ़दे हैं कि भगवान रामचंद्र जी लंका विच गए ते उन्हां ने राम सेतु पुल बनाया भी पुल दे राही गए। ते बचन ते आपां ये भी पढ़दे हैं भी धन गुरु नानक दे महाराज भी लंका विच गए पर महाराज नूं किसे पुल दी लोड़ नहीं पई है, समुंदर आप रस्ता दिंदा है। धन गुरु नानक दे पातशाह मैं भागां वाला बनिया जो तुसीं मेरे विच आके चरण पाए। ते पंडित हरदयाल जी कहते पे समुंदर भी इन्हां नूं राह देवेगा, पहाड़ भी रस्ता देणगे। सुमेर पर्वत ते जाके सिद्धा नाल विचार करदे पे इत्थे ही बस नहीं, उथों अगे निरंकार दे देश जाके बचन आखदे पे सो दर तेरा केहा सो घर केहा जितबा है सर्ब समाले वाजे तेरे नाद अनेक असंखा केते तेरे। ये बचन आखे गुरु ग्रंथ साहब की बाणी विच 3 वारी सोदर आपां पढ़दे हैं। एक वारी जपजी साहब दे विच आपां जदों रोज पाठ करते हैं, एक वारी सोदर पढ़ते हैं जदों आपां रहरास साहब जी का पाठ करते हैं, एक वारी सोदर आपां पढ़ते हैं जदों सहज पाठ करते हैं असीं आसा राग पढ़ते हैं। ते विद्वान कहते ने तिन्ना थावां ते एक वारी जदों निरंकार दे सामने होए एक सोदर महाराज ने उत्थे उचारिया है, एक बारी सोदर महाराज साहब जियां ने जो सिद्धां दे नाल चर्चा हुई है उत्थे बख्शिश किया है। तो जदों भैन नानकी ने आख्या ना महाराज वो सचखंड किहो जिहा है, आप जी ने तो दीदारे कीते होए, मैनू भी उहदे बारे दसो भी वो सचखंड दरबार किस तरह का है जिथे निरंकार जी विराजमान हुंदे। अपनी भैन दे बचन सुन के गुरु नानक दे पातशाह ने फिर तीजा सोदर उचारण करके आख्या, कहन लगे भैन उस परमात्मा का दरबार इस तरह का। पंडित हरदयाल जी कहते पे पहाड़ भी रस्ता दे देणगे, समुंदर भी रस्ता दे देणगे। जदों ये बचन किते बाबा कल्याण चंद जियां नूं मन विच विचार आ गई, ये पंडित जान बुझ के मैनू खुश करदा पिया है कि मेरे पुत्र की तारीफ करके मेरे कोलों वध धन लेना चाहुंदा है, मैनू खुश करदा पिया। इस तरह ते कदे हो ही नहीं सकदा। कहन लगे चलो पंडित जी जिहड़ियां गल्लां तुसीं कहियां जदों समा आवेगा वेख भी लवांगे। भाव के यकीन नहीं है कि जदों समा आवेगा वेख लवांगे भी धरती किवें राह दिंदी है, समुंदर ते पहाड़ किवें राह दिंदे। मन विच विचार ये है पंडित मैनू खुश करदा। दूजा बचन कीता, कहन लगे तुहानू एक बचन होर आखिया सी भी इस बच्चे का नाम भी रखना है, तुसी नाम कोई दसिया ही नहीं भी इहदा नाम की रखीए। ते बचन सुन के पंडित हरदयाल जी कहन लगे इन्हां दा नाम नानक होवेगा। एक बारी आखिए सतनाम सतनाम। ये बचन जदों आखिया ना पंडित जियां ते बाबा कल्याण चंद जी ने सवाल किया, कहन लगे ना किस तरह का, ना ये ना हिंदुआं वाला ना ये ना मुसलमाना वाला, ये नाम है किस तरह का। कोई इस तरह का नाम रखो जितों पता लगे कि हिंदू ने कि मुसलमान ने। ते पंडित हरदयाल जी कहन लगे, कहते बाबा कल्याण चंद जी ये नाम ना हिंदुआं वाला है ना नाम ये मुसलमाना वाला है,
ਇਹ ਨਾਮ ਸਾਰਿਆਂ ਦਾ ਸਾਂਝਾ ਹੀ ਹੈ। ਇਸ ਨੂੰ ਹਿੰਦੂ ਵੀ ਆਪਣਾ ਗੁਰੂ ਕਹਿਣਗੇ, ਇਸ ਨੂੰ ਮੁਸਲਮਾਨ ਵੀ ਆਪਣਾ ਪੀਰ ਕਹਿਣਗੇ। ਮੁਸਲਮਾਨ ਵੀ ਇਹਨਾਂ ਦੇ ਦਰ ਤੇ ਝੁਕਿਆ ਕਰਨਗੇ ਤੇ ਇਹਨਾਂ ਦੇ ਦਰ ਤੇ ਆ ਕੇ ਹਿੰਦੂ ਵੀ ਝੁਕਿਆ ਕਰਨਗੇ। ਸਾਂਝਾ ਨਾਮ ਰੱਖਿਆ ਨਾਨਕ, ਔਰ ਕੱਲਾ ਇਸ ਵਾਸਤੇ ਨਹੀਂ ਰੱਖਿਆ ਵੀ ਇਹ ਸਾਂਝਾ ਹੈ। ਇਹਨਾਂ ਦਾ ਨਾਮ ਤਾਂ ਹੀ ਰੱਖਿਆ ਹੈ, ਇਹਨਾਂ ਦੇ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦਾ ਕੋਈ ਘਾਟਾ ਨਹੀਂ ਰਵੇ। ਜਿੰਨਾ ਮਰਜ਼ੀ ਕੋਈ ਮੰਗੀ ਜਾਵੇ, ਜਿੰਨਾ ਮਰਜ਼ੀ ਕੋਈ ਲਈ ਜਾਵੇ, ਜਿੰਨੀਆਂ ਮਰਜ਼ੀ ਕੋਈ ਅਰਦਾਸਾਂ ਕਰੀ ਜਾਵੇ, ਇਹਨਾਂ ਦੇ ਦਰ ਘਰ ਦੇ ਵਿੱਚੋਂ ਸਭ ਦੀਆਂ ਝੋਲੀਆਂ ਭਰ ਜਾਣਗੀਆਂ, ਪਰ ਦਾਤ ਕਦੇ ਨਹੀਂ ਮੁੱਕੇਗੀ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ, ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਪ੍ਰਮਾਤਮਾ, ਇਹ ਉਸ ਪ੍ਰਮਾਤਮਾ ਦਾ ਰੂਪ ਨੇ। ਸਾਰਿਆਂ ਨੂੰ ਦਾਤਾਂ ਦੇਣਗੇ, ਪਰ ਦਾਤਾਂ ਕਦੇ ਮੁੱਕਣਗੀਆਂ ਨਹੀਂ। ਔਰ ਦਾਤਾਂ ਵੀ ਬੜੀਆਂ ਸੌਖੀਆਂ ਦੇ ਦੇਣਗੇ, ਝਾਟੀ ਦੇ ਦੇਣਗੇ। ਇਤਿਹਾਸ ਦੇ ਵਿੱਚ ਇੱਕ ਬਚਨ ਆਉਂਦਾ ਹੈ, ਇੱਕ ਛੋਟਾ ਜਿਹਾ ਬੱਚਾ ਨਾ, ਪਿਤਾ ਮਰ ਗਿਆ ਵਿਚਾਰੇ ਦਾ, ਬਾਪ ਮਰ ਗਿਆ, ਘਰੇ ਮਾਂ ਹੈ, ਨਿੱਕਾ ਜਿਹਾ ਖੇਤ ਹੈ 2-2.5 ਕਿੱਲੇ ਦਾ, ਤੇ ਬਾਹਰ ਉਸਨੇ ਛੋਲੇ ਬੀਜੇ ਹੋਏ, ਚਣੇ ਬੀਜੇ ਹੋਏ। ਤੇ ਬੱਚੇ ਦੇ ਮਨ ਵਿੱਚ ਵਿਚਾਰ ਇਹ ਆ ਵੀ ਬਾਪ ਤੇ ਹੈ ਨਹੀਂ, ਤੇ ਕਿਤੇ ਅਵਾਰਾ ਜਾਨਵਰ ਮੇਰੇ ਖੇਤ ਨੂੰ ਹੀ ਨਾ ਖਾ ਜਾਣ, ਮੇਰੇ ਛੋਲਿਆਂ ਦਾ ਖੇਤ ਅਵਾਰਾ ਜਾਨਵਰ ਚੋਗੀ ਨਾ ਜਾਣ, ਮੈਂ ਕਿਤੇ ਰਹਿ ਹੀ ਨਾ ਜਾਵਾਂ। ਹੱਥ ਵਿੱਚ ਸੋਟਾ ਫੜਿਆ, ਹੌਲੀ ਹੌਲੀ ਆਪਣੇ ਖੇਤ ਕੋਲ ਆ ਕੇ ਬੈਠ ਗਿਆ। ਰਾਤ ਨੂੰ ਧਿਆਨ ਰੱਖਦਾ ਰਿਹਾ ਵੀ ਕੋਈ ਜਾਨਵਰ ਆ ਕੇ ਮੇਰੇ ਖੇਤ ਨੂੰ ਨਾ ਉਜਾੜ ਦੇ। ਜਦੋਂ ਬੈਠਾ ਹੈ ਨਾ, ਦੂਰ ਕੀ ਵੇਖਦਾ, 3 ਸਾਧੂ ਬੈਠੇ ਹੋਏ। ਬੱਚਾ ਗਿਆ, ਜਾ ਕੇ ਨਮਸਕਾਰ ਕੀਤੀ ਹੈ। ਇਹ ਬੈਠੇ ਹੋਏ ਨੇ ਅੰਮ੍ਰਿਤ ਵੇਲੇ ਸਮਾਧੀ ਦੇ ਵਿੱਚ। ਮਨ ਵਿੱਚ ਵਿਚਾਰ ਆਈ, ਇਹਨਾਂ ਨੂੰ ਭੁੱਖ ਲੱਗੀ ਹੋਵੇਗੀ। ਆਪਣੇ ਖੇਤ ਵਿੱਚੋਂ ਕੱਚੇ ਹੀ ਛੋਲੇ ਪੱਟ ਲੈ, ਕੁਝ ਮੁੱਢੋਂ ਪੱਟ ਕੇ ਲੈ ਆਏ, ਤੇ ਥੋੜੇ ਜਿਹੇ ਕੱਖ, ਬੱਚਾ ਨਿੱਕਾ ਜਿਹਾ, ਜਿੰਨੇ ਕੁ ਉਹਦੇ ਜਫੇ ਵਿੱਚ ਆਏ, ਥੋੜੇ ਜਿਹੇ ਸੁੱਕੇ ਕੱਖ ਲੈ ਕੇ ਆ ਗਿਆ। ਸੁੱਕੇ ਕੱਖ ਵਿਛਾ ਕੇ ਕਹਿਣ ਲੱਗਾ, ਮਹਾਂਪੁਰਖੋ ਇਹਨਾਂ ਕੱਖਾਂ ਦੇ ਉੱਪਰ ਬੈਠੋ, ਇਹ ਪੋਲੇ ਨੇ, ਤੁਸੀਂ ਮਿੱਠੀ ਧਰਤੀ ਤੇ ਬੈਠੇ ਹੋ, ਇਹਨਾਂ ਕੱਖਾਂ ਤੇ ਬੈਠ ਜਾਓ, ਬੜੇ ਆਰਾਮ ਨਾਲ। ਬਚਨ ਮੰਨਿਆ। ਫਿਰ ਉਹ ਛੋਲੇ ਜਿਹੜੇ ਪੱਟ ਕੇ ਲਿਆਇਆ ਖੇਤ ਵਿੱਚੋਂ ਅੱਗੇ ਰੱਖ ਕੇ ਕਹਿਣ ਲੱਗਾ, ਜੀ ਇਹ ਵੀ ਆਪ ਜੀ ਛਕ ਲਓ। ਜਦੋਂ ਛੋਲੇ ਰੱਖੇ, ਇਤਿਹਾਸਕਾਰ ਕਹਿੰਦੇ ਭਾਈ ਮਰਦਾਨਾ ਜੀ ਨੂੰ ਬੜੀ ਭੁੱਖ ਲੱਗੀ ਹੈ। ਭਾਈ ਮਰਦਾਨਾ ਜੀ ਨੇ ਉਹ ਸਾਰੇ ਜਿੰਨੇ ਕੁ ਲੈ ਕੇ ਆਇਆ, 2-4 ਮੁੱਠਾਂ ਛੋਲਿਆਂ ਦੀਆਂ, ਭਾਈ ਮਰਦਾਨਾ ਜੀ ਖਾ ਗਏ। ਹੁਣ ਬੱਚੇ ਦੇ ਮਨ ਵਿੱਚ ਇਹ ਗੱਲ ਆਈ ਵੀ ਜੇ ਇੱਕ ਬੰਦਾ ਇਹ ਸਾਰੇ ਛੋਲੇ ਖਾ ਗਿਆ, ਇਹਦਾ ਮਤਲਬ ਇਹ ਹੈ ਵੀ ਇਹਨਾਂ ਸਾਰਿਆਂ ਨੂੰ ਭੁੱਖ ਲੱਗੀ ਹੈ। ਉੱਠ ਪਿਆ। ਜਦੋਂ ਉੱਠ ਕੇ ਜਾਣ ਲੱਗਾ, ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ, ਬੱਚੇ ਬਾਲਕ ਕਿੱਧਰ ਚੱਲਿਆ? ਕਹਿਣ ਲੱਗਾ, ਜੀ ਤੁਹਾਨੂੰ ਭੁੱਖ ਲੱਗੀ ਹੈ, ਮੈਂ ਤੁਹਾਡੇ ਵਾਸਤੇ ਨਾਲੇ ਤੇ ਘਰੋਂ ਕੋਈ ਅੰਨ ਪਾਣੀ ਪ੍ਰਸ਼ਾਦਾ ਬਣਾ ਕੇ ਲਿਆਉਂਦਾ, ਨਾਲੇ ਕੋਈ ਤਲਾਈ, ਕੋਈ ਬਿਸਤਰਾ ਲੈ ਕੇ ਆਵਾਂਗਾ ਜਿਹਦੇ ਉੱਪਰ ਆਪ ਜੀ ਬਿਰਾਜਮਾਨ ਹੋਵੋਗੇ। ਜਦੋਂ ਇਹ ਬਚਨ ਕੀਤਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਵੇਲੇ ਮੁਖੋਂ ਆਖਿਆ, ਕਹਿਣ ਲੱਗੇ, ਭਾਉ ਤੇਰਾ ਲੇਫ ਨਿਹਾਲੇ। ਇਹ ਜਿਹੜੀ ਤੇਰੀ ਭਾਵਨਾ ਹੈ ਨਾ, ਸ਼ਰਧਾ ਤੇਰੇ ਮਨ ਦੇ ਵਿੱਚ, ਸਾਡੀ ਤੂੰ ਸੇਵਾ ਕਰਦਾ ਪਿਆ, ਬੱਚਿਆ ਇਹ ਤੇਰੀ ਸ਼ਰਧਾ ਹੀ ਸਾਡੇ ਵਾਸਤੇ ਲੇਫ ਹੈ, ਇਹ ਤੇਰੀ ਸ਼ਰਧਾ ਹੀ ਸਾਡੇ ਵਾਸਤੇ ਗੁਦੇਲਾ ਹੈ, ਬੈਠਣ ਵਾਸਤੇ ਬਿਸਤਰਾ ਹੈ। ਭਾਉ ਤੇਰਾ ਪਕਵਾਨ ਤੇ ਤੇਰੀ ਭਾਵਨਾ, ਇਹ ਸਾਡੇ ਵਾਸਤੇ ਭੋਜਨ ਹੈ। ਜਿਹੜੀ ਤੂੰ ਸਾਡੇ ਤੇ ਭਾਵਨਾ ਰੱਖੀ ਹੈ ਨਾ, ਇਹ ਤੇਰੀ ਭਾਵਨਾ ਦੇ ਨਾਲ ਹੀ ਅਸੀਂ ਰੱਜ ਗਏ ਹਾਂ। ਤੇ ਤੀਜਾ ਮੁਖੋਂ ਬਚਨ ਆਖਿਆ, ਨਾਨਕ ਸਿਫਤੀ ਰੱਜਿਆ, ਆਓ ਬਹੋ ਸੁਲਤਾਨ। ਅਸੀਂ ਸਿਫਤ ਵਿੱਚ ਰੱਜੇ ਹੋਏ ਆ, ਆ ਬਾਦਸ਼ਾਹ ਸਾਡੇ ਕੋਲ ਬੈਠ। ਇਹ ਬਚਨ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਨੇ। ਪਰ ਸੁਣਨ ਵਾਲਾ ਹੈਰਾਨ ਹੈ, ਉਸ ਦਾ ਤੇ ਬਾਪ ਹੀ ਨਹੀਂ ਹੈ। 1-2 ਕਿੱਲਿਆਂ ਦਾ ਮਾਲਕ ਖੇਤ ਦੀ ਰਾਖੀ ਕਰਦਾ, ਸੁਲਤਾਨ ਕਿਵੇਂ ਹੋ ਸਕਦਾ ਹੈ? ਪਰ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਨਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ। ਉਹ ਜਿਹੜਾ ਸਾਰਿਆਂ ਨੂੰ ਦਾਤ ਦੇਣ ਵਾਲਾ, ਉਹ ਗੁਰੂ ਨਾਨਕ ਦੇ ਪਾਤਸ਼ਾਹ ਹੈ। ਹੁਣ ਗੁਰੂ ਨਾਨਕ ਦੇ ਮਹਾਰਾਜ ਦੇ ਮੁਖੋਂ ਬਚਨ ਨਿਕਲਣ ਤੇ ਪੂਰੇ ਨਾ ਹੋਣੇ ਕਿਵੇਂ ਹੋ ਸਕਦਾ? ਅੰਮ੍ਰਿਤ ਵੇਲਾ ਜਾਣ ਕੇ ਬੱਚਾ ਆਪਣੇ ਘਰ ਨੂੰ ਤੁਰਿਆ ਜਾਂਦਾ ਹੈ। ਵਿਦਵਾਨ ਕਹਿੰਦੇ ਨੇ, ਸ਼ਹਿਰ ਦਾ ਰਾਜਾ ਮਰ ਗਿਆ ਤੇ ਰਾਜੇ ਦੀ ਸੰਤਾਨ ਕੋਈ ਨਹੀਂ ਹੈ, ਦਰਵਾਜ਼ੇ ਸ਼ਹਿਰ ਦੇ ਬੰਦ ਕਰ ਲੈ। ਮੰਤਰੀਆਂ ਨੇ ਸਲਾਹ ਇਹ ਬਣਾਈ ਹੈ, ਜਿਹੜਾ ਸਭ ਤੋਂ ਪਹਿਲਾਂ ਬਾਹਰੋਂ ਆ ਕੇ ਦਰਵਾਜ਼ਾ ਖੜਕਾਵੇਗਾ, ਉਸ ਨੂੰ ਅਸੀਂ ਇੱਥੋਂ ਦਾ ਰਾਜਾ ਬਣਾ ਦਿਆਂਗੇ। ਹੁਣ ਬੱਚਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਕੋਲੋਂ ਬਚਨ ਮਹਾਰਾਜ ਜੀ ਤਾਂ ਹੀ ਕਹਿੰਦੇ ਨਾ, ਕਹਿਣ ਲੱਗੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ।
जे तू बादशाह बनना चाहना ना, गुरु कहा सिखा अमृत वेले उठ के गुरु नानक दे घर दा भिखारी बन जाया। अमृत वेले उठ के इशनान करके गुरबाणी पढ़ के अरदास करके भिखारी बन के फरियाद कर, तैनू वो बादशाह बना देवेगा। बच्चा भिखारी है, गुरु नानक दे दीदारे करदा पिया अमृत वेले। गुरु नानक जिन सुनिया पेखिया, जिन्हां ने गुरु नानक दे पातशाह दे दीदारे भी कीते, बचन भी सुने। जदों वो बालक जाके दरवाजे नूं खड़काउंदा है, अंदरों मंत्रियां ने जदों दरवाजा खोलिया, आउंदियां सारी ओहदे पैरां ते चरणां ते मत्था टेक के पोशाक पवा के राज तखत दे उपर बिठा दिता। ऐसी बख्शिश गुरु नानक देव महाराज करन वाले ने। तू निक्कियां निक्कियां गल्लां करदा, वो ते बादशाह बना दिंदा और झाटी बना दिंदा। एक निक्की जी फरियाद वेख के, तेरी भावना वेख। पंडित हरदयाल जी कहन लगे, इन्हां दा नाम नानक तां रखिया है, इन्हां दे घर दे विच घाटा कोई नहीं होवेगा। जिन्ना मर्जी वंडी जाणगे, वरताई जाणगे, कदे मुकेगा नहीं। ये ते भिखारियां नूं भी बादशाह बना देणगे। पर गुरमुखो बाबा कल्याण चंद जी नूं भाई संतोख सिंह जी कहंदे बहुता यकीन नहीं आया, क्योंकि पटवारी ने ना लिखत पढ़त दा काम जाणदे, कईयां नूं रोज रोज मिलदे ते मन दे विच विचार ये भी ये मैनूं खुश करदा पिया इस वास्ते तां कि मेरे कोलों बहुता धन लै सके। कहण लगे पंडित जी कोई गल नहीं, समा आवेगा ते फिर आपां वेख लवांगे भी वाकिया ही जिहड़े बचन कीते ने उस तरह दे हन कि नहीं हन। सो इस तरह पंडित हरदयाल जियां ने महाराज साहब जियां दी वो जिहड़ी कुंडली है, जां आउण वाले समय अपने जोश के मुताबिक उन्होंने ने कहे। पर गुरमुखो बचन ये है, तेरे कवन कवन गुण कह कह गावा, तू साहिब ना तो बेचारा पंडित पूरी सिफत दस सकता, ना आपां पूरी सिफत कह सकते ना दस सकते। हाँ, क्योंकि तेरी सिफत अपार है, तू बेअंत है, तेरी सिफत कही नहीं जा सकती है। सो इस तरह ये महाराज साहब जियां दा अज सानू ये जिहड़ा दिहाड़ा है, सतगुरु जी सानू बख्शिश कर रहे ने। गुरु नानक देव महाराज गुरमुखो सांझे होए, पंडित दे बचन झूठे नहीं, जोश विद्या उसकी झूठी नहीं है। जिस वेले गुरु नानक देव महाराज जी सचखंड नूं जाण दी तैयारी करदे पए, सारियां संगतां नूं उपदेश दे के महाराज साहब जियां ने जदों पंज भौतिक अपना शरीर त्यागिया, बेअंत मुसलमान महाराज साहब जियां दे अंतिम दर्शनां वास्ते इकट्ठे होए। बेअंत हिंदू ते बहुत ज्यादा साधु संत पीर फकीर जिहड़े लिखी मुनि वो भी आके दर्शनां वास्ते इकट्ठे होए। हुण विचार ये चल पई है, गुरु नानक देव मेरा है, दूजा आखदा गुरु नानक देव मेरा है, हिंदू आखदे पे साडा गुरु है, मुसलमान कहंदे साडा पीर है। झगड़ा वध गया इथों तक कि इहदा संस्कार असीं करांगे, दूसरा आखदा है इन्हां नूं कबर दे विच दाह असीं करांगे, कबर विच असीं दफनावांगे। इथों तक गल वधी है कि इन्हां दे शरीर दे हिस्से ही दो कर लईए, अद्धा संस्कार किया जाए, अद्धा कबर विच दफनाया जाए। उस वेले सिखां ने अरदास की, महाराज जी ये लोग भावें एक पासे अपनी भावना विखा रहे हैं, पर दूसरे पासे इस शरीर का निरादर भी करना चाहते, आप जी कृपा करो कोई विधि इहो जी बना दिओ, झगड़ा भी खत्म हो जाए और आप जी दे पावन पवित्र स्वरूप का शरीर का सत्कार भी रह जाए। ते जदों अरदास की ना सिखां ने भावना दे नाल, ते इतिहासकार कहंदे ने गुरु नानक देव पातशाह ने अपना पंज भौतिक शरीर ही अलोप कर लिया। कल्ली चादर जिहड़ी उपर दिती है, चादर ही कल्ली रह गई, आप चादर दे थल्ले नहीं। ते फिर उस चादर दे दो हिस्से किए गए, मुसलमान दफनाउंदे पे, हिंदू परिवार उसका संस्कार करते पे, दोनों ने यादगार बनाई है। अज आप श्री ननकाना साहब जी दे दर्शन जिथे कर रहे हैं, उत्थे श्री करतारपुर साहिब दे भी आप दर्शन करते। ये करतारपुर की वो पवित्र धरती है जिथे गुरु नानक देव पातशाह महाराज जी ने आप खेती की है, और इत्थे ही महाराज जी ने अपना शरीर पंज भौतिक छड्डिया। ते जदों महाराज जी दे दोनों पासियां तो मुसलमानां ने और हिंदुआं ने क्रिया कर लई, महाराज नहीं चाहते कि साडी कोई याद बना के ते उसकी पूजा करे, कोई मड़ी दे नाल
ਜਾਂ ਕੋਈ ਵਿਅਕਤੀ ਜਿਹੜਾ ਹੈ ਉਸ ਸੰਸਕਾਰ ਵਾਲੀ ਜਗ੍ਹਾ ਦੇ ਨਾਲ ਜੁੜ ਜਾਵੇ। ਸਤਿਗੁਰਾਂ ਦਾ ਹੁਕਮ ਹੈ ਰਾਵੀ ਨੂੰ, ਰਾਵੀ ਦਰਿਆ ਨੇ ਇਹੋ ਜਿਹੀ ਛੱਲ ਮਾਰੀ ਹੈ, ਦੋਨੇ ਯਾਦਗਾਰਾਂ ਮੇਟ ਕੇ ਆਪਣੇ ਵਿੱਚ ਹੀ ਰੱਖ ਲਈਆਂ ਤਾਂ ਕਿ ਗੁਰੂ ਕਾ ਸਿੱਖ ਗੋਰ ਮੜੀ ਮੱਟ ਭੂਲ ਨਾ ਮੰਨੈ, ਇਹਨਾਂ ਚੱਕਰਾਂ ਵਿੱਚ ਨਾ ਪੈ ਜਾਵੇ, ਇਹਨਾਂ ਤੋਂ ਉਪਰਾਮ ਰਵੇ। ਇਸ ਕਰਕੇ ਮਹਾਰਾਜ ਨੇ ਇਹ ਕਾਰਜ ਕੀਤਾ। ਬਚਨ ਇਹ ਆਪਾਂ ਤਾਂ ਸਰਵਣ ਕੀਤਾ ਹੈ। ਗੁਰਮੁਖੋ ਹਰਦਿਆਲ ਜੀ ਨੇ ਇਹ ਗੱਲ ਕਹੀ ਹੈ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਹਿੰਦੂ ਪਰਿਵਾਰ ਹਿੰਦੂ ਵੀ ਮੰਨਿਆ ਕਰਨਗੇ, ਮੁਸਲਮਾਨ ਵੀ ਮੰਨਿਆ ਕਰਨਗੇ। ਇਹ ਬਚਨ ਸੱਚ ਹੈ। ਉਹਨਾਂ ਦੇ ਅੰਤਮ ਦਰਸ਼ਨ ਸਾਰੇ ਹੀ ਕਰਦੇ ਪਏ। ਸੋ ਐਸੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ऐसे गुर को, ऐसे गुर को आप मुक्त मोह तारै, आप मुक्त मोह तारै, आप मुक्त मोह, आप मुक्त मोह तारै, आप मुक्त मोह। ऐसे गुर को बल बल जाइए, ऐसे गुर को सारे जपो, ऐसे गुर को। गुरमुखो ऐसे गुरु का ये प्रकाश दिहाड़ा जो है वो असी मना रहे हैं। भाई गुरदास जी कहन लगे बलिहारी तिन्ना गुर सिखा भाए भगत गुर परब करन दे। उन्हां गुर सिखां तो बलिहार जाइए, कुर्बान जाइए, सदके जाइए जेड़े भावना दे नाल अपने गुरु दा अवतार दिहाड़ा मनाउंदे, जेड़े भावना दे नाल अपने गुरु दा दिहाड़ा मनाउंदे, गुरु दी याद नूं याद करदे। ऐसे सिखां तो बलिहार जाइए, कुर्बान जाइए। आप वड्डियां भागां वाले बने हो जो गुरु नानक देव पातशाह दा दिहाड़ा मना रहे हो। सतगुरु पातशाह महाराज कहन लगे सतपुरख जिन जानिया सतगुर तिसका नाओ। जिहड़ा अकाल पुरख नूं आप जानदा है असल विच ओ है सतगुरु। तिसकै संग सिख उधरै। इहो जिहदी गुरु दी संगत करके कमाई करके सिख दा उधार हुंदा है। तिसकै संग सिख उधरै, उहदे नाल सिख भी उधर जांदा, संसार तो तर जांदा। ते सतगुरां दा ये सानू पावन पवित्र दिहाड़ा प्राप्त होया। सतगुरु महाराज कहन लगे पूरा प्रभ आराध्या, पूरा जाका नाओ नानक पूरा पाया पूरे। जे गुरु नानक देव पातशाह महाराज जी पूरे ने, उन्हां दी सिफत भी पूरी है। ते पूरे दी सिफत करन वाला आप भी संसार तो सफला हो जाता, आप भी संसार तो तर जाता है। ये वड्डे भाग ने गुरु क्या सिखा जो तैनू गुरु दा ये पूर्ण दिहाड़ा मिलिया। आपां शुरू विच बचन सरवण कीते सन। मैं मूरख की केतक बात है, कोट पराधी तरिया रे। गुर नानक जिन सुनिया पेखिया, से फिर गरभास ना परिया रे। जिहड़ा भी दर्शन करदा है, बचन सरवण करदा है, वो संसार तो तर जांदा है। अज भी गुरु नानक देव महाराज जी धन गुरु ग्रंथ साहिब महाराज की बाणी विच सुभाएमान हन, क्योंकि बाणी गुरु गुरु है। जिहड़े सिख अज भी बाणी पढ़दे, नाम जपदे, कमाई करदे, वो गुरु नानक साहब दे बचन अज भी सुन रहे ने, अज भी दर्शन कर रहे ने। उन्हां दा संसार विचों भला होना है। सो आप संगतां नूं महाराज साहब दियां दे प्रकाश दिहाड़े दियां लख लख ਵਧਾਈਆਂ होण। दास कोलों विचार करदिआं महाराज जी दा जीवन सरवण करवाउंदिआं भुलां चुकां दी मुआफी अगां वास्ते महाराज कृपा करन। ये सारी कथा अपने इस स्थान तो जो YouTube चैनल ते पाई जाती है। आप संगतां घर विच बैठ के भी इस कथा नूं हर रोज़ सरवण कर सकते हो। वाहिगुरू जी का खालसा, वाहिगुरू जी की फतेह। वाहिगुरू जी का